हाँ दोस्तों सत श्रीकाल जी। मैं रमनदीप सिंह एक बारी फिर हाजिर हाँ तुहाडे अपने चैनल रमन इंस्टीट्यूट ते। तो स्वागत करदा जी सारिਆਂ ਦਾ एक बार तो फिर इस चैनल ਦੇ ਉੱਤੇ। सो वीडियो शुरू ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਲੇਟੈਸਟ ਵੀਡੀਓ ਜਿਹੜੀ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਆਪਾਂ ਇਸ ਚੈਨਲ ਦੇ ਉੱਪਰ ਸੀਰੀਜ਼ ਜਿਹੜੀਆਂ ਸ਼ੁਰੂ ਕੀਤੀਆਂ ਹੈਗੀਆਂ ਨੇ ਜਿਹਦੇ ਵਿੱਚ ਹਿਸਟਰੀ, ਜੀਓਗ੍ਰਾਫੀ, ਪੋਲੀਟੀਕਲ ਸਾਇੰਸ ਅਤੇ ਇਕਨੋਮਿਕਸ, ਸਾਇੰਸ ਅਤੇ ਕਰੰਟ ਅਫੇਅਰ ਦੇ ਜਿਹੜੇ ਸੈਸ਼ਨ ਆ ਉਹ ਸ਼ੁਰੂ ਕੀਤੇ ਹੈਗੇ ਨੇਗੇ, ਜੋ ਕਿ ਆਪਾਂ ਹਰ ਇੱਕ ਸੀਰੀਜ਼ ਦਾ ਹਰ ਇੱਕ ਸਬਜੈਕਟ ਦੀ ਜਿਹੜੀ ਸੀਰੀਜ਼ ਦਾ ਇੱਕ ਟਾਰਗੇਟ ਰੱਖਿਆ ਹੈ ਕਿ ਤੁਹਾਨੂੰ ਜਿਹੜੀ ਹੈ 3000 ਦੇ ਕਰੀਬ ਜਾਂ 4000 ਦੇ ਕਰੀਬ ਜਿਹੜਾ ਹੈ ਉਹ ਸਬਜੈਕਟ ਦੇ ਅਕੋਰਡਿੰਗ ਹੈ, ਜਿਹੜਾ ਜ਼ਿਆਦਾ ਇੰਪੋਰਟੈਂਟ ਹੈ ਉਹਦੇ ਅਕੋਰਡਿੰਗ ਜ਼ਿਆਦਾ ਹੋ ਜਾਣਗੇ। ਨਾਰਮਲੀ ਜਿਹੜੇ ਉਹ 3000 ਤੁਹਾਨੂੰ MCQ ਜਿਹੜੇ ਉਹ ਪ੍ਰੋਵਾਈਡ ਕੀਤੇ ਜਾਣਗੇ ਅਤੇ ਇਹ ਉਹ ਸਾਰੇ MCQ ਹੋਣਗੇ ਜੋ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਆਏ ਹੋਏ ਨੇ ਜਾਂ ਉਹਦੇ ਨਾਲ ਸੰਬੰਧਿਤ ਹੈਗੇ ਨੇਗੇ, ਜੋ ਤੁਹਾਡੇ ਲਗਭਗ SSC, NTT, ਪਟਵਾਰੀ, PSP ਸੂਲ, ਪੰਜਾਬ ਪੁਲਿਸ, ਮਾਸਟਰ ਕੇਡਰ, ਸੁਪਰਵਾਈਜ਼ਰ ਤੇ PPSC ਐਗਜ਼ਾਮ ਦੇ ਤੱਕ ਹੈਲਪਫੁਲ ਰਹੂਗਾ। ਸਾਰੇ ਸੈਸ਼ਨ ਬੜੇ ਇੰਪੋਰਟੈਂਟ ਰਹਿਣਗੇ, ਬਟ ਤੁਹਾਡਾ ਜਿਹੜਾ ਸਮਰਥਨ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇਕਰ ਤੁਸੀਂ ਸਪੋਰਟ ਕਰੋਗੇ ਤਾਂ ਉਹਦੇ ਆਧਾਰ ਦੇ ਉੱਪਰ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਬਿਲਕੁਲ ਫ੍ਰੀ ਦੇ ਵਿੱਚ ਇਸ ਚੈਨਲ ਦੇ ਉੱਪਰ ਮਿਲ ਜਾਣਗੀਆਂ। ਸੋ ਅੱਜ ਦਾ ਫਿਰ ਆਪਣਾ ਸੈਸ਼ਨ ਜਿਹੜਾ ਉਹ ਰਹੂਗਾ ਅਰਥ ਸ਼ਾਸਤਰ ਨੂੰ ਲੈ ਕੇ, ਇਕਨੋਮਿਕਸ ਨੂੰ ਲੈ ਕੇ, ਜਿਹੜੇ ਕਿ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਐਗਜ਼ਾਮ ਦੇ ਵਿੱਚ ਕੁਐਸਚਨ ਆਏ ਹੋਏ ਆ ਪ੍ਰੀਵੀਅਸ ਪੇਪਰ ਦੇ ਵਿੱਚ, ਉਹਨਾਂ ਸਾਰਿਆਂ ਨੂੰ ਆਪਾਂ ਡਿਸਕਸ ਕਰਾਂਗੇ। ਸੋ 20 MCQ ਰਹਿਣਗੇ ਟੋਟਲ, ਆਪਣੇ 3000 ਦੇ ਕਰੀਬ ਜਿਹੜੀ ਸੀਰੀਜ਼ ਇਹ ਰਹੇਗੀ ਇਕਨੋਮਿਕਸ ਦੀ। ਓਕੇ, ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੈਗੇ। ਇਸ ਤੋਂ ਇਲਾਵਾ ਤੁਸੀਂ ਰਮਨ ਇੰਸਟੀਚਿਊਟ ਨਾਮ ਦੀ ਜੋ ਐਪ ਆ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ ਕਲਾਸਾਂ ਦੀ PDF ਪਲੱਸ ਟੈਸਟ ਜਿਹੜੇ ਉਹ ਪ੍ਰੋਵਾਈਡ ਕੀਤੇ ਜਾਂਦੇ ਹੈਗੇ ਆ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ, ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਸੋ ਅੱਜ ਦਾ ਆਪਣਾ ਸੀਰੀਜ਼ ਜਿਹੜੀ ਰਹੂਗੀ ਇਹ 3000 MCQ ਸੀਰੀਜ਼ ਰਹੂਗੀ, ਕਿਉਂਕਿ ਇਕਨੋਮਿਕਸ ਦੇ ਜਿਹੜੇ ਕੁਐਸਚਨ ਨੇਗੇ ਉਹ ਕਾਫੀ ਹੱਦ ਤੱਕ ਥੋੜੇ ਹੀ ਐਗਜ਼ਾਮ ਦੇ ਵਿੱਚ ਆਉਂਦੇ ਹੁੰਦੇ ਹੈਗੇ। ਸੋ ਇਸ ਲਈ ਇਹਦੇ ਆਪਾਂ 3000 ਦੇ ਕਰੀਬ ਜਿਹੜੀ ਇਹ ਸੀਰੀਜ਼ ਉਹ ਰੱਖਾਂਗੇ। ਅਗਰ ਇਸ ਤੋਂ ਇਲਾਵਾ ਵੀ ਕੋਈ ਐਕਸਟਰਾ ਕੁਐਸਚਨ ਮਿਲਦਾ ਹੋਊਗਾ ਤਾਂ ਆਪਾਂ ਅਲੱਗ ਸੀਰੀਜ਼ ਦੇ ਵਿੱਚ ਐਡ ਕਰ ਦੇਵਾਂਗੇ। ਨਾਰਮਲੀ ਜਿਹੜੇ ਆਪਣੇ 3000 ਦਾ ਆਪਾਂ ਟਾਰਗੇਟ ਰੱਖਾਂਗੇ, ਕਿਉਂਕਿ ਤੁਹਾਨੂੰ ਬਹੁਤ ਜਲਦੀ ਸਾਰਾ ਆਪਾਂ ਕੰਪਲੀਟ ਕਰਕੇ ਦੇ ਦੇਵਾਂਗੇ। ਓਕੇ, ਸਾਰੇ ਸਬਜੈਕਟਾਂ ਦੀ ਵੱਖਰੇ ਵੱਖਰੇ ਤਰੀਕੇ ਦੇ ਨਾਲ ਮੈਂ ਪਲੇਲਿਸਟ ਬਣਾ ਦਿੱਤੀ ਹੈ, ਸੋ ਤੁਸੀਂ ਉੱਥੇ ਜਾ ਕੇ ਆਪਣੀ ਉਸ ਵਿਸ਼ੇ ਦੇ ਅਕੋਰਡਿੰਗ MCQ ਸੀਰੀਜ਼ ਜਿਹੜੀ ਆ ਉਹ ਦੇਖ ਸਕੋਗੇ। ਓਕੇ, ਤਾਂ ਅੱਜ ਦਾ ਪਹਿਲਾ ਕੁਐਸਚਨ ਰਹੇਗਾ ਜੀ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਭਾਰਤ ਦੀ ਅਰਥ ਵਿਵਸਥਾ ਨੂੰ ਸਭ ਤੋਂ ਵਧੀਆ ਤਰੀਕੇ ਦੇ ਨਾਲ ਪ੍ਰਭਾਵਿਤ ਕਰਦਾ ਹੈਗਾ? ਆਪਸ਼ਨ 1 ਹੈ ਮਿਸ਼ਰਿਤ ਅਰਥ ਵਿਵਸਥਾ, ਦੂਸਰਾ ਹੈ ਸਮਾਜਵਾਦੀ ਅਰਥ ਵਿਵਸਥਾ, ਤੀਸਰਾ ਹੈ ਸਮਾਜਵਾਦੀ ਰਿਪੀਟ ਹੋ ਗਿਆ ਸੌਰੀ, ਜਾਂ ਫਿਰ ਚੌਥਾ ਹੈ ਜੀ ਪੂੰਜੀਵਾਦੀ ਅਰਥ ਵਿਵਸਥਾ। ਸੋ ਭਾਰਤੀ ਅਰਥ ਵਿਵਸਥਾ ਨੂੰ, ਭਾਰਤ ਦੀ ਇਕਨੋਮੀ ਨੂੰ ਜਿਹੜਾ ਹੈ ਸਭ ਤੋਂ ਵਧੀਆ ਤਰੀਕੇ ਦੇ ਨਾਲ ਕਿਹੜਾ ਜਿਹੜਾ ਹੈ ਪ੍ਰਭਾਵਿਤ ਕਰਦਾ ਹੈ, ਡਿਫਾਈਨ ਕਰਦਾ ਹੈਗਾ, ਕਿਉਂਕਿ ਭਾਰਤ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜੀ ਜਿਹੜੀ ਹੈ ਇਕਨੋਮੀ ਚੱਲਦੀ ਹੈ ਆਪਾਂ ਉਹਦੇ ਆਧਾਰ ਦੇ ਉੱਪਰ ਗੱਲ ਕਰਾਂਗੇ। ਸੋ ਭਾਰਤ ਦੇ ਵਿੱਚ ਜਿਹੜੀ ਇਕਨੋਮੀ ਚੱਲਦੀ ਹੈਗੀ ਆ ਉਹ ਮਿਸ਼ਰਿਤ ਹੈ, ਜਿਸ ਨੂੰ ਕਿ ਮਿਕਸਡ ਇਕਨੋਮੀ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ। ਓਕੇ, ਮਿਕਸਡ ਇਕਨੋਮੀ ਦੇ ਨਾਲ ਜਾਣਿਆ ਜਾਂਦਾ ਹੈਗਾ। ਮਿਕਸਡ ਇਕਨੋਮੀ ਦਾ ਮਤਲਬ ਹੁੰਦਾ ਹੈ, ਜਾਂ ਮਿਸ਼ਰਿਤ ਦਾ ਮਤਲਬ ਹੁੰਦਾ ਹੈ ਕਿ ਭਾਰਤ ਦੇ ਵਿੱਚ ਜਿਹੜੀ ਇਕਨੋਮੀ ਹੈ ਉਹ ਦੋ ਸੈਕਟਰਾਂ ਦੇ ਵਿੱਚ ਡਿਵਾਈਡ ਹੋਈ ਹੈ। ਸਪੈਸ਼ਲੀ ਜੇ ਆਪਾਂ ਨੂੰ ਗੱਲ ਕਰੀਏ ਜਿਹਦੇ ਆਧਾਰ ਦੇ ਉੱਪਰ ਆਪਾਂ ਇਹਨੂੰ ਮਿਕਸਡ ਮੰਨਦੇ ਹੈਗੇ ਆ। ਇੱਕ ਸੈਕਟਰ ਨੂੰ ਕਿਹਾ ਜਾਂਦਾ ਹੈ ਪ੍ਰਾਈਵੇਟ ਸੈਕਟਰ, ਇੱਕ ਸੈਕਟਰ ਨੂੰ ਕਿਹਾ ਜਾਂਦਾ ਹੈ ਪ੍ਰਾਈਵੇਟ ਸੈਕਟਰ, ਦੂਸਰੇ ਨੂੰ ਕਿਹਾ ਜਾਂਦਾ ਹੈ ਪਬਲਿਕ ਸੈਕਟਰ। ਓਕੇ, ਸੋ ਦੋ ਸੈਕਟਰਾਂ ਦੇ ਵਿੱਚ ਉਸ ਨੂੰ ਡਿਵਾਈਡ ਕੀਤਾ ਗਿਆ। ਇਹਦੇ ਆਧਾਰ ਦੇ ਉੱਪਰ ਮਿਕਸਡ ਹੈ, ਯਾਨੀ ਕਿ ਕੁਝ ਕਹਿ ਸਕਦੇ ਹਾਂ ਵਿਵਸਥਾ ਪ੍ਰਾਈਵੇਟ ਹੈ ਤੇ ਕੁਝ ਜਿਹੜੀ ਹੈਗੀ ਉਹ ਪਬਲਿਕ ਹੈਗੀ, ਜਿਹਨੂੰ ਆਪਾਂ ਸਰਕਾਰੀ ਕਹਿ ਸਕਦੇ ਹੈਗੇ ਆ। ਤੇ ਇਹਦੇ ਆਧਾਰ ਦੇ ਉੱਪਰ ਸਾਡੇ ਭਾਰਤ ਦੀ ਇਕਨੋਮੀ ਨੂੰ ਸਭ ਤੋਂ ਬੈਸਟ ਤਰੀਕੇ ਦੇ ਨਾਲ ਡਿਫਾਈਨ ਕਰਨ ਦੇ ਲਈ ਸਾਨੂੰ ਮਿਸ਼ਰਤ ਜਿਹੜੀ ਅਰਥ ਵਿਵਸਥਾ ਹੈ ਉਸ ਦੇ ਬਾਰੇ ਜਿਹੜਾ ਹੈ ਜਾਣਕਾਰੀ ਮਿਲਦੀ ਹੈ। ਨੈਕਸਟ ਹੈ ਜੀ ਸੈਕੰਡ ਕੁਐਸਚਨ, ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਆਰਥਿਕ ਗਤੀਵਿਧੀ ਭਾਰਤ ਦੇ ਵਿੱਚ ਇੱਕ ਅਧਿਕਤਮ ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈਗੀ? ਸੈਰ ਸਪਾਟਾ, ਨਿਰਮਾਣ, ਖੇਤੀਬਾੜੀ ਅਤੇ ਖਾਨਾ ਮਾਈਨਿੰਗ, ਜਿਹਨੂੰ ਅਸੀਂ ਕਹਿ ਦਿੰਦੇ ਹੈਗੇ ਆ। ਨਿਰਮਾਣ ਮਤਲਬ ਮੈਨੂਫੈਕਚਰਿੰਗ, ਜਿਹਦੇ ਵਿੱਚ ਸਮਾਨ ਜਿਹੜਾ ਹੈ ਤਿਆਰ ਕੀਤਾ ਜਾਂਦਾ ਹੈਗਾ। ਔਰ ਇੱਕ ਚੀਜ਼ ਹੋਰ ਪਲੀਜ਼, ਜਿੰਨੇ ਵੀ ਮੈਂ ਕੁਐਸਚਨ ਤੁਹਾਨੂੰ ਕਰਵਾਊਂਗਾ ਇਹ ਸਾਰੇ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਆਏ ਹੋਣਗੇ। ਸੋ ਕੋਈ ਵੀ ਆਪਾਂ ਐਕਸਟਰਾ ਕੁਐਸਚਨ ਨਹੀਂ ਕਰਾਂਗੇ, ਉਹਨਾਂ ਦੇ ਨਾਲ ਰਿਲੇਟਡ ਵੀ ਕੁਝ ਰੱਖਾਂਗੇ ਤੇ ਨਾਲ ਹੀ ਆਪਣੇ ਜਿਹੜੇ ਪ੍ਰੀਵੀਅਸ ਪੇਪਰਾਂ ਦੇ ਵਿੱਚ ਸਾਰੇ ਹੀ ਇੰਡੀਆ ਲੈਵਲ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਕੁਐਸਚਨ ਆਇਆ ਹੈ ਹਿੰਦੀ, ਇੰਗਲਿਸ਼ ਦੇ ਵਿੱਚ, ਉਹਨਾਂ ਸਾਰਿਆਂ ਨੂੰ ਆਪਾਂ ਪੰਜਾਬੀ ਦੇ ਵਿੱਚ ਇਸ ਚੈਨਲ ਦੇ ਉੱਪਰ ਕਰਵਾਵਾਂਗੇ। ਓਕੇ, ਹਾਂਜੀ। ਸੋ ਭਾਰਤ ਦੇ ਵਿੱਚ ਆਰਥਿਕ ਗਤੀਵਿਧੀਆਂ ਦੀ ਗੱਲ ਕਰੀਏ, ਇਕਨੋਮਿਕ ਐਕਟੀਵਿਟੀ ਦੀ ਗੱਲ ਕਰੀਏ, ਤਾਂ ਭਾਰਤ ਦੇ ਵਿੱਚ ਸਭ ਤੋਂ ਅਧਿਕ ਜਿਹੜਾ ਰੋਜ਼ਗਾਰ ਦਿੱਤਾ ਜਾਂਦਾ ਹੈ ਭਾਰਤ ਦੇ ਵਿੱਚ ਉਹ ਖੇਤੀਬਾੜੀ ਦੇ ਵਿੱਚ ਆ। ਬਹੁਤ ਸਾਰੇ ਲੋਕ ਜਿਹੜੇ ਹੈ ਉਹ ਖੇਤੀਬਾੜੀ ਦੇ ਨਾਲ ਜੁੜੇ ਹੋਏ ਹੈਗੇ ਨੇਗੇ, ਇਸ ਕਰਕੇ ਸਭ ਤੋਂ ਵੱਧ ਜਿਹੜੇ ਲੋਕ ਨੇਗੇ ਭਾਰਤ ਦੇ ਵਿੱਚ ਉਹ ਜੁੜੇ ਹੋਏ ਹੈਗੇ ਐਗਰੀਕਲਚਰ ਸੈਕਟਰ ਦੇ ਨਾਲ।
ਐਗਰੀਕਲਚਰ ਸੈਕਟਰ ਦੇ ਨਾਲ ਜੁੜੇ ਹੋਏ ਹੈਗੇ ਆ। ਸਭ ਤੋਂ ਵੱਧ ਇੰਪੋਰਟੈਂਟ ਹੈ ਜੀ ਇਹ ਸਾਡੇ ਭਾਰਤ ਦੇ ਵਿੱਚ। ਔਰ ਜੇਕਰ ਆਪਾਂ ਖੇਤੀਬਾੜੀ ਦੀ ਗੱਲ ਕਰੀਏ ਤਾਂ ਖੇਤੀਬਾੜੀ ਜਿਹੜੀ ਹੈ ਇਹ ਭਾਰਤ ਦੀ GDP ਦੇ ਵਿੱਚ ਤਕਰੀਬਨ 1/5% ਜਿਹੜਾ ਹੈ 1/5 ਭਾਗ ਜਿਹੜਾ ਹੈਗਾ ਉਹ ਯੋਗਦਾਨ ਪਾਉਂਦੀ ਹੈਗੀ ਆ ਭਾਰਤ ਦੀ GDP ਦੇ ਵਿੱਚ। ਓਕੇ, ਜੇਕਰ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਇੰਪਲੋਇਜ਼ ਦੀ, ਰੋਜ਼ਗਾਰ ਦੀ, ਤਾਂ ਇੰਪਲੋਇਜ਼ ਦੇ ਵਿੱਚ ਵੀ ਭਾਰਤ ਦੇ ਤਕਰੀਬਨ 50% ਲੋਕਾਂ ਨੂੰ ਰੋਜ਼ਗਾਰ ਜਿਹੜਾ ਹੈ ਉਹ ਖੇਤੀਬਾੜੀ ਦੇ ਵਿੱਚੋਂ ਹੀ ਮਿਲਿਆ ਹੈ। ਪੂਰੇ ਭਾਰਤ ਦੀ ਆਪਾਂ ਗੱਲ ਕਰਦੇ ਹੈਗੇ ਆਂਗੇ, ਠੀਕ ਹੈ। ਪਰ ਇੱਥੇ ਤੁਸੀਂ ਇਹ ਯਾਦ ਵੀ ਰੱਖਣਾ ਹੈ ਨਾਲ ਕਿ 50% ਇਹ ਯੋਗਦਾਨ ਪਾ ਰਹੀ ਹੈ, ਪਰ ਨਾਲ ਹੀ ਖੇਤੀਬਾੜੀ ਦੇ ਵਿੱਚ ਇੱਕ ਹੋਰ ਚੀਜ਼ ਵੀ ਦੇਖਣ ਨੂੰ ਮਿਲਦੀ ਹੈ। ਉਹ ਇਹ ਹੈ ਕਿ ਖੇਤੀਬਾੜੀ ਦਾ ਜਿਹੜਾ ਖੇਤਰ ਹੈ ਉਹ ਘਟਦਾ ਜਾ ਰਿਹਾ ਹੈ, ਬਟ ਖੇਤੀਬਾੜੀ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਵਿਅਕਤੀ ਨੇ ਉਹ ਵੱਧ ਰਹੇ ਆ, ਜਿਹਦੇ ਕਾਰਨ ਕਰਕੇ ਇੱਥੇ ਕਹਿ ਸਕਦੇ ਹਾਂ ਕਿ ਵਾਧੂ ਗਿਣਤੀ ਦੇ ਜਿਹੜੇ ਮਜ਼ਦੂਰ ਨੇਗੇ ਉਹ ਇਸ ਖੇਤਰ ਦੇ ਵਿੱਚ ਕੰਮ ਕਰ ਰਹੇ ਹੈਗੇ ਨੇ। ਹਾਲਾਂਕਿ ਲੋੜ ਸਾਨੂੰ ਘਟਦੀ ਹੈ ਖੇਤੀਬਾੜੀ ਦੇ ਵਿੱਚ, ਬਟ ਕੰਮ ਵੱਧ ਕਰ ਰਹੇ ਹੈਗੇ ਨੇਗੇ, ਠੀਕ ਹੈ, ਮੀਨਸ ਪਰਸਨ ਜਿਹੜੇ ਹੈਗੇ ਨੇਗੇ। ਓਕੇ ਜੀ, ਨੈਕਸਟ ਹੈ ਜੀ 3 ਨੰਬਰ ਕੁਐਸਚਨ, ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਕੁਆਂਟਨਰੀ ਸੈਕਟਰ ਦੇ ਅੰਤਰਗਤ ਨਹੀਂ ਆਉਂਦੀ? ਆਪਸ਼ਨ 1 ਹੈ ਸੂਚਨਾ ਟੈਕਨੋਲੋਜੀ, ਆਪਸ਼ਨ 2 ਹੈ ਖਾਨਾ ਜਿਹਨੂੰ ਮਾਈਨਿੰਗ ਕਹਿ ਦਿੰਦੇ ਆ, ਤੀਸਰਾ ਹੈ ਮੈਨੂਫੈਕਚਰਿੰਗ ਤੇ ਚੌਥਾ ਹੈ ਮੱਛੀ ਪਾਲਣ। ਓਕੇ, ਹਾਂਜੀ, ਸੋ ਇਹਨਾਂ ਦੇ ਵਿੱਚੋਂ ਕੁਆਂਟਨਰੀ ਜਿਹੜਾ ਸੈਕਟਰ ਹੈ ਉਹਦੇ ਅਧੀਨ ਨਹੀਂ ਆਉਂਦਾ, ਸੋ ਉਸ ਦੇ ਅਧੀਨ ਨਹੀਂ ਆਉਂਦਾ ਹੈ ਸੂਚਨਾ ਟੈਕਨੋਲੋਜੀ, ਠੀਕ ਹੈ। ਇਨਫੋਰਮੇਸ਼ਨ ਟੈਕਨੋਲੋਜੀ ਜਿਹੜੀ ਹੈ ਉਹ ਇਸ ਦੇ ਅੰਡਰ ਨਹੀਂ ਆਉਂਦੀ ਹੈਗੀ। ਭਾਰਤ ਦੇ ਵਿੱਚ ਪ੍ਰਮੁੱਖ ਤੌਰ ਤੇ ਆਪਾਂ 3 ਸੈਕਟਰ ਦੇਖਦੇ ਹੈਗੇਆਂਗੇ। ਪਹਿਲਾ ਆ ਜਾਂਦਾ ਹੈ ਪ੍ਰਾਇਮਰੀ ਸੈਕਟਰ। ਪ੍ਰਾਇਮਰੀ ਸੈਕਟਰ ਦੇ ਵਿੱਚ ਉਹ ਸਾਰੀਆਂ ਇੰਡਸਟਰੀਆਂ ਆਉਂਦੀਆਂ ਨੇ ਜਾਂ ਉਹ ਹਰ ਇੱਕ ਚੀਜ਼ ਆਉਂਦੀ ਹੈ ਜਿਸ ਤੋਂ ਸਾਨੂੰ ਰਾ ਮਟੀਰੀਅਲ ਜਿਹੜਾ ਹੈ ਉਹ ਪ੍ਰੋਵਾਈਡ ਹੁੰਦਾ ਹੈ। ਰਾ ਮਟੀਰੀਅਲ ਦੇ ਵਿੱਚ ਜੇ ਗੱਲ ਕਰੀਏ ਮਾਈਨਿੰਗ, ਜਿਹਦੇ ਵਿੱਚ ਕੋਲਾ, ਲੋਹਾ, ਸੋਨਾ ਸਾਰਾ ਕੁਝ ਆ ਜਾਂਦਾ ਹੈ। ਫਿਸ਼ਿੰਗ ਆ ਜਾਂਦੀ ਹੈਗੀ ਅੱਗੀ, ਮੱਛੀ ਪਾਲਣ ਇਸ ਦੇ ਵਿੱਚ ਆ ਜਾਂਦਾ ਹੈਗਾ, ਅਤੇ ਇਸ ਤੋਂ ਇਲਾਵਾ ਐਗਰੀਕਲਚਰ ਜਿਹੜੀ ਹੈ ਉਹ ਵੀ ਇਸ ਦੇ ਵਿੱਚ ਅਸੀਂ ਇਨਕਲੂਡ ਕਰਦੇ ਹਾਂ, ਕਿਉਂਕਿ ਐਗਰੀਕਲਚਰ ਦੇ ਵਿੱਚੋਂ ਸਾਨੂੰ ਬਹੁਤ ਸਾਰੇ ਪ੍ਰੋਡਕਟ ਜਿਹੜੇ ਉਹ ਦੇਖਣ ਨੂੰ ਮਿਲਦੇ ਹੈਗੇ ਨੇ। ਦੂਸਰਾ ਹੈ ਜੀ ਸੈਕੰਡਰੀ ਸੈਕਟਰ ਦੇ ਵਿੱਚ ਸਾਡੇ ਕੋਲੇ ਆਉਂਦੇ ਹੈਗੇ ਪ੍ਰਮੁੱਖ ਤੌਰ ਦੇ ਉੱਪਰ ਪ੍ਰੋਡਿਊਸਿੰਗ ਪ੍ਰੋਡਕਟ, ਜਾਣੀ ਉਤਪਾਦ ਕੀਤਾ ਹੋਇਆ ਪ੍ਰੋਡਕਟ, ਤਿਆਰ ਕੀਤਾ ਹੋਇਆ ਪ੍ਰੋਡਕਟ ਜਿਹਨੂੰ ਆਪਾਂ ਵੀ ਕਹਿ ਸਕਦੇ ਹੈਗੇ ਪੂਰਨ ਤੌਰ ਦੇ ਉੱਪਰ, ਠੀਕ ਹੈ। ਪ੍ਰੋਡਿਊਸਿੰਗ ਫਿਨਿਸ਼ਿੰਗ ਗੁਡਸ, ਜਾਣੀ ਕਿ ਪੂਰਨ ਤੌਰ ਦੇ ਉੱਪਰ ਜਿਹੜਾ ਹੈ ਪ੍ਰੋਡਕਟ ਤਿਆਰ ਹੋ ਚੁੱਕਿਆ ਹੈ ਤੇ ਤਿਆਰ ਹੋਏ ਮਾਲ ਨੂੰ ਜਿਹੜਾ ਹੈ ਉਸ ਦੇ ਵਿੱਚ ਵੇਚਿਆ ਜਾਂਦਾ ਹੈਗਾ। ਓਕੇ, ਸੋ ਇਸ ਦੇ ਵਿੱਚ ਜਿਵੇਂ ਟੋਇਸ ਹੋ ਜਾਂਦੇ ਹੈਗੇ ਆ, ਇਸ ਤੋਂ ਇਲਾਵਾ ਹੋਰ ਕਾਰਾਂ ਵਗੈਰਾ ਜਾਂ ਫਿਰ ਫੂਡ ਹੋ ਗਿਆ ਜਾਂ ਹੋਰ ਬਹੁਤ ਸਾਰੀ ਚੀਜ਼ਾਂ ਇਸ ਦੇ ਵਿੱਚ ਆ ਜਾਂਦੇ ਹੈਗੇ, ਠੀਕ ਹੈ। ਇੱਕ ਤੀਸਰਾ ਸੈਕਟਰ ਵੀ ਆ ਜਾਂਦਾ ਭਾਰਤ ਦੇ ਵਿੱਚ ਜਿਸ ਨੂੰ ਕਿਹਾ ਜਾਂਦਾ ਹੈ ਸਰਵਿਸ ਜਾਂ ਟਰਸ਼ਰੀ ਐਕਟੀਵਿਟੀਜ਼, ਠੀਕ ਹੈ। ਸਪੈਸ਼ਲੀ ਟਰਸ਼ਰੀ ਐਕਟੀਵਿਟੀ ਦੇ ਨਾਮ ਨਾਲ ਇਸ ਨੂੰ ਜਾਣਿਆ ਜਾਂਦਾ ਹੈ। ਟਰਸ਼ਰੀ ਐਕਟੀਵਿਟੀ ਦੇ ਵਿੱਚ ਖਾਸ ਤੌਰ ਦੇ ਉੱਪਰ ਸਰਵਿਸ ਜਿਹੜੀ ਹੁੰਦੀ ਹੈਗੀ ਕਿ ਇਸ ਕਰਕੇ ਇਸ ਨੂੰ ਕਈ ਵਾਰ ਸਰਵਿਸ ਸੈਕਟਰ ਦੇ ਨਾਮ ਨਾਲ ਵੀ ਜਾਣ ਲੈਂਦੇ ਹੈਗੇ। ਸਰਵਿਸ ਸੈਕਟਰ ਜਾਂ ਟਰਸ਼ਰੀ ਦਾ ਮਤਲਬ ਹੈਗਾ ਕਿ ਪ੍ਰੋਡਕਸ਼ਨ ਐਂਡ ਐਕਸਚੇਂਜ ਦੋਨੋਂ ਇਹਦੇ ਵਿੱਚ ਸ਼ਾਮਲ ਹੁੰਦੇ ਹੈਗੇ। ਇਨਕਲੂਡ ਪ੍ਰੋਡਕਸ਼ਨ ਐਂਡ ਐਕਸਚੇਂਜ, ਇਹ ਦੋਨੋਂ ਚੀਜ਼ਾਂ ਦੇ ਵਿੱਚ ਸ਼ਾਮਲ ਹੋ ਜਾਂਦੀਆਂ ਹੈਗੀਆਂ ਨੇ। ਔਰ ਟਰਸ਼ਰੀ ਐਕਟੀਵਿਟੀ ਦੇ ਵਿੱਚ ਜਾਂ ਸਰਵਿਸ ਪ੍ਰੋਵਾਈਡ ਕਰਨ ਦੇ ਵਿੱਚ ਜਿਹੜੇ ਵਿਅਕਤੀ ਕੰਮ ਕਰਦੇ ਹੈਗੇ ਆ ਉਹਨਾਂ ਦੀਆਂ ਜਿਹੜੀਆਂ ਜੌਬਸ ਨੇ ਉਹ ਕਾਲਰਸ ਦੇ ਆਧਾਰ ਦੇ ਉੱਪਰ ਰਹਿੰਦੀਆਂ ਨੇਗੇ। ਇਸ ਕਰਕੇ ਟਰਸ਼ਰੀ ਐਕਟੀਵਿਟੀ ਦੇ ਵਿੱਚ ਜਿਹੜੇ ਵਿਅਕਤੀ ਕੰਮ ਕਰਦੇ ਹੈਗੇ ਨੇਗੇ ਉਹਨਾਂ ਸਾਰਿਆਂ ਨੂੰ ਕਿਹਾ ਜਾਂਦਾ ਹੈ ਵਾਈਟ ਕਾਲਰ ਜੌਬਸ। ਇਹ ਅਲੱਗ-ਅਲੱਗ ਹੁੰਦੇ ਹੈਗੇ ਨੇ, ਤੁਹਾਨੂੰ ਅਗਲੀਆਂ ਕਲਾਸਿਸ ਦੇ ਵਿੱਚ ਆਪਾਂ ਸਾਰੇ ਇਹ ਕਰਵਾਉਂਦੇ ਰਹਾਂਗੇ ਕਿਹੜਾ ਕਾਲਰਸ ਕਿਸ ਖੇਤਰ ਦੇ ਵਿੱਚ ਕੰਮ ਕਰਦਾ ਹੈਗਾ। ਓਕੇ, ਸੋ ਇਹ ਉਸ ਦੇ ਨਾਲ ਰਿਲੇਟਡ ਸੀਗਾ ਜੀ। ਨੈਕਸਟ ਹੈ ਕੁਐਸਚਨ ਨੰਬਰ 4, ਸੂਖਮ, ਲਘੂ, ਮੱਧਮ ਤੇ ਉਦਮ ਜਿਹਨੂੰ ਇੰਟਰਪ੍ਰਾਈਜ਼ਸ ਦੇ ਨਾਮ ਨਾਲ ਜਾਣਦਾ ਹੈ ਤੇ ਰਾਸ਼ਟਰੀ ਬੋਰਡ ਹਰ ਸਾਲ ਦੇ ਵਿੱਚ ਇੱਕ ਵਾਰ ਡੈਸ਼ ਮਹੀਨੇ ਦੇ ਵਿੱਚ ਮਿਲਦੇ ਨੇਗੇ। 2 ਮਹੀਨਿਆਂ ਦੇ ਵਿੱਚ, 6 ਮਹੀਨਿਆਂ ਦੇ ਵਿੱਚ, 3 ਮਹੀਨਿਆਂ ਦੇ ਵਿੱਚ ਜਾਂ ਫਿਰ 9 ਮਹੀਨਿਆਂ ਦੇ ਵਿੱਚ। ਸੋ ਗੱਲ ਕੀਤੀ ਗਈ ਇੱਥੇ ਜੀ ਸੂਖਮ, ਲਘੂ, ਮੱਧਮ, ਉੱਤਮ ਇੰਟਰਪ੍ਰਾਈਜ਼ਸ ਦੇ ਵਿੱਚ, ਠੀਕ ਹੈ। ਸੋ ਇਹਨਾਂ ਦੀ ਜਿਹੜੀ ਮੀਟਿੰਗ ਹੁੰਦੀ ਹੈ ਰਾਸ਼ਟਰੀ ਬੋਰਡ ਦੇ ਵੱਲੋਂ ਹਰ ਸਾਲ, ਉਹ ਮਹੀਨੇ ਦੇ ਵਿੱਚ ਕਿੰਨੇ ਵਾਰ ਹੁੰਦੀ ਹੈਗੀ ਜਾਂ ਕਿੰਨੇ ਮਹੀਨਿਆਂ ਤੋਂ ਜਿਹੜੀ ਹੈ ਹੁੰਦੀ ਹੈਗੀ। ਓਕੇ, ਸੋ ਇਸ ਦੇ ਵਿੱਚ ਸ਼ਾਮਲ ਆਉਂਦੇ ਹੈਗੇ 6 ਮਹੀਨੇ। ਸੋ 6 ਮਹੀਨਿਆਂ ਦੇ ਵਿੱਚ ਇਹ ਜਿਹੜੀ ਹੈ ਇੱਕ ਮੀਟਿੰਗ ਹੁੰਦੀ ਹੈਗੀ, ਇੱਕ ਵਾਰ ਇਹ ਮਿਲਦੇ ਹੈਗੇ ਨੇਗੇ। ਔਰ ਜਿਹੜੇ ਇਹ ਰਾਸ਼ਟਰੀ ਬੋਰਡ ਹੁੰਦਾ ਹੈ ਭਾਰਤ ਸਰਕਾਰ ਦਾ ਜਾਂ ਇਹ ਪੂਰਾ ਖੇਤਰ ਕਹਿ ਸਕਦੇ ਹੈਗੇ, ਇਹ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਸਟਰਕਚਰ ਹੁੰਦਾ ਹੈ ਜਿਸ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਉਦਮਾਂ ਦੇ ਲਈ ਜਾਣੀ ਕਿ ਇੰਟਰਪ੍ਰਾਈਜ਼ਸ ਦੇ ਲਈ ਵੱਖਰੇ ਤਰੀਕੇ ਦੇ ਨਾਲ ਕਾਨੂੰਨਾਂ ਦਾ ਪ੍ਰਬੰਧਨ ਕਰਦੀ ਹੈਗੀ।
ਮੈਨੇਜ ਕਰਦੀ ਹੈਗੀ ਅਤੇ ਇਸ ਤੋਂ ਇਲਾਵਾ ਕਾਨੂੰਨਾਂ ਦਾ ਨਿਰਮਾਣ ਵੀ ਜਿਹੜਾ ਹੈਗਾ ਉਹ ਇਸ ਦੇ ਅੰਡਰ ਆਉਂਦਾ ਹੈਗਾ। ਕਲੀਅਰ ਆ। ਇੱਕ ਲਾਸਟ ਮੈਂ ਤੁਹਾਨੂੰ ਸੈਕਟਰ ਕਰਵਾ ਰਿਹਾ ਸੀਗਾ ਜਿਹਦੇ ਵਿੱਚ ਪ੍ਰਾਈਵੇਟ ਅਤੇ ਪਬਲਿਕ ਸੈਕਟਰ ਹੋਏ ਸੀਗੇ, ਸੌਰੀ ਪ੍ਰਾਇਮਰੀ ਅਤੇ ਸੈਕੰਡਰੀ ਸੀਗੇ, ਇਸ ਤੋਂ ਇਲਾਵਾ ਟਰਸ਼ਰੀ ਸੀ, ਇੱਕ ਚੌਥਾ ਵੀ ਉਹਦੇ ਵਿੱਚ ਆਉਂਦਾ ਸੀਗਾ, ਉਹ ਵੀ ਨੋਟ ਕਰ ਲਿਓ। ਚੌਥੇ ਨੂੰ ਆਪਾਂ ਜੇ ਗੱਲ ਕਰੀਏ ਤਾਂ ਕੁਆਂਟਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕੁਆਂਟਰੀ ਇਹ ਲਾਸਟ ਦੇ ਵਿੱਚ ਐਡ ਕਰ ਲਓ, ਮੈਂ ਉਹਦੇ ਵਿੱਚ ਮੈਂਸ਼ਨ ਕਰ ਦਿੰਦਾ ਜੇਕਰ ਹੋਇਆ ਤਾਂ। ਹਾਂਜੀ ਹਾਂਜੀ, ਚੌਥਾ ਸੈਕਟਰ ਜਿਹੜਾ ਹੈ ਇਹਦੇ ਵਿੱਚ ਉਹ ਆ ਜਾਂਦਾ ਹੈ ਕੁਆਂਟਰੀ, ਕੁਆਂਟਨਰੀ ਜਿਹੜਾ ਹੈ ਆ ਜਾਂਦਾ ਇਸ ਦੇ ਵਿੱਚ ਜੀ। ਇਹ ਹੈ ਚੌਥਾ ਸੈਕਟਰ। ਚੌਥੇ ਸੈਕਟਰ ਦੇ ਵਿੱਚ ਆਉਂਦੇ ਹੈਗੇ ਸ਼ਾਮਲ ਉਹ ਜੌਬਸ ਜਿਹੜੀਆਂ ਰਿਸਰਚ ਅਤੇ ਡਿਵੈਲਪਮੈਂਟ ਦੇ ਨਾਲ ਸੰਬੰਧਿਤ ਨੇਗੀਆਂ। ਕਿਹੜੀਆਂ ਕਿਹੜੀਆਂ ਨੇ ਜੀ? ਇਨਵੋਲਵ ਰਿਸਰਚ ਐਂਡ ਡਿਵੈਲਪਮੈਂਟ। ਓਕੇ, ਇਹਦੇ ਵਿੱਚ IT ਜਿਹੜੀ ਆ ਉਹ ਖਾਸ ਤੌਰ ਦੇ ਵਿੱਚ ਸ਼ਾਮਿਲ ਕੀਤੀ ਜਾਂਦੀ ਹੈ। ਇਹ ਲਿਖ ਲਿਓ ਦੇ ਵਿੱਚ, ਠੀਕ ਹੈ, ਵੈਸੇ ਮੈਂ ਐਡ ਕਰ ਦਿੱਤਾ ਸੀ। ਨੈਕਸਟ ਹੈ ਜੀ ਅਗਲਾ ਆਪਣਾ ਕੁਐਸਚਨ 5 ਨੰਬਰ। ਸੂਖਮ ਲਘੂ ਮੱਧਮ ਉਦਮ। ਉਦਮ ਦਾ ਮਤਲਬ ਹੈ ਇੰਟਰਪ੍ਰਾਈਜ਼ਸ। ਵਿਕਾਸ ਅਧਿਨਿਯਮ ਸਾਲ ਡੈਸ਼ ਦੇ ਵਿੱਚ ਪਾਸ ਕੀਤਾ ਗਿਆ ਸੀਗਾ, 2006 ਦੇ ਵਿੱਚ, 2004 ਦੇ ਵਿੱਚ, 2008 ਦੇ ਵਿੱਚ ਜਾਂ 2002 ਦੇ ਵਿੱਚ। ਸੋ ਸੂਖਮ ਤੇ ਉਦਮ ਲਘੂ ਤੇ ਮੱਧਮ ਉਦਮ ਦੇ ਲਈ ਜਿਹੜਾ ਇੱਕ ਅਧਿਨਿਯਮ ਜਿਹੜਾ ਹੈ ਐਕਟ ਜਿਹੜਾ ਉਹ ਪਾਸ ਕੀਤਾ ਗਿਆ ਸੀ। ਸੋ ਇਹ ਸਾਲ 2006 ਦੇ ਵਿੱਚ ਪਾਸ ਕੀਤਾ ਗਿਆ ਸੀਗਾ। ਇਹਦਾ ਮੁੱਖ ਕੰਮ ਸੀਗਾ ਕਿ ਜਿਹੜੇ ਇਹਨਾਂ ਇੰਟਰਪ੍ਰਾਈਜ਼ਾਂ ਨੂੰ ਜਿਹੜਾ ਹੈਗਾ ਵਧੀਆ ਤਰੀਕੇ ਦੇ ਨਾਲ ਉਹਦਾ ਪ੍ਰਚਾਰ ਕਰਨਾ ਹੈਗਾ, ਉਹਨਾਂ ਦਾ ਵਿਕਾਸ ਕਰਨਾ ਹੈਗਾ ਅਤੇ ਉਹਨਾਂ ਦੇ ਵਿਚਕਾਰ ਜਿਹੜਾ ਹੈਗਾ ਇੱਕ ਦੂਜੇ ਦੇ ਨਾਲ ਕਮਿਊਨੀਕੇਸ਼ਨ ਕਰਕੇ ਰੱਖਣਾ ਹੈ ਸੂਖਮ ਲਘੂ ਅਤੇ ਮੱਧਮ ਦੇ ਵਿਚਕਾਰ। ਇਹਦਾ ਮੁੱਖ ਉਦੇਸ਼ ਸੀਗਾ ਇਸ ਨਿਯਮ ਦਾ ਜਿਹੜਾ ਸਾਲ 2006 ਦੇ ਵਿੱਚ ਪਾਸ ਹੋਇਆ ਸੀ। ਨੈਕਸਟ ਹੈ 6 ਨੰਬਰ ਕੁਐਸਚਨ। ਹੇਠ ਲਿਖਿਆਂ ਦੇ ਵਿੱਚੋਂ ਕਿਸ ਨੂੰ ਇੱਕ ਵੱਖਰੇ ਅਨੁਸ਼ਾਸਨ ਦੇ ਵਜੋਂ ਮਾਈਕਰੋ ਇਕਨੋਮਿਕਸ ਦੇ ਸੰਸਥਾਪਕ ਦੇ ਵਜੋਂ ਜਾਣਿਆ ਜਾਂਦਾ ਹੈ? ਐਡਮ ਸਮਿਥ ਨੂੰ, ਫਿਸ਼ਰ ਬਲੈਕ ਨੂੰ, ਰਾਬਰਟ ਮਾਰਟਨ ਨੂੰ ਜਾਂ ਜਾਨ ਮੈਨਾਰਡ ਕੀਸ ਨੂੰ? ਸੋ ਇਹਨਾਂ ਦੇ ਵਿੱਚੋਂ ਵੱਖਰੇ ਤੌਰ ਦੇ ਉੱਪਰ ਮਾਈਕਰੋ ਇਕਨੋਮਿਕਸ ਦਾ ਸੰਸਥਾਪਕ ਪੁੱਛਿਆ ਹੈ। ਸੋ ਕਿਹੜਾ ਹੈ ਜੀ? ਵੈਰੀ ਵੈਰੀ ਇੰਪੋਰਟੈਂਟ ਹੈ। ਸੋ ਇਹ ਹੈਗਾ ਜੀ ਜਾਨ ਮੈਨਾਰਡ ਕੀਸ। ਓਕੇ, ਸੋ ਇਹ ਜਿਹੜਾ ਹੈਗਾ ਕਹਿ ਸਕਦੇ ਆਪਾਂ ਮਾਈਕਰੋ ਇਕਨੋਮਿਕਸ ਦਾ ਫਾਊਂਡਰ ਹੈਗਾ, ਫਾਊਂਡਰ ਆਫ ਮਾਈਕਰੋ ਇਕਨੋਮਿਕਸ ਇਹਦਾ ਫਾਊਂਡਰ ਹੈ ਜੀ, ਠੀਕ ਹੈ। ਅਤੇ ਇਸ ਤੋਂ ਇਲਾਵਾ ਇਸ ਨੇ ਮਾਈਕਰੋ ਇਕਨੋਮਿਕਸ ਦੀ ਜਿਹੜੀ ਹੈ ਡਿਵੈਲਪਮੈਂਟ ਦੇ ਨਾਲ ਸੰਬੰਧ ਵੱਖਰੀਆਂ ਬ੍ਰਾਂਚਸ ਦਾ ਜਿਹੜਾ ਪ੍ਰਬੰਧ ਕੀਤਾ ਹੈਗਾ। ਔਰ ਇਹਦੇ ਵਿੱਚ ਖਾਸ ਤੌਰ ਦੇ ਉੱਪਰ ਜਿਹੜਾ ਹੈਗਾ ਇੱਕ ਇਸ ਤਰ੍ਹਾਂ ਦਾ ਕੰਸੈਪਟ ਹੁੰਦਾ ਹੈ ਮਾਈਕਰੋ ਇਕਨੋਮਿਕਸ ਦੇ ਵਿੱਚ ਜਿਹੜਾ ਕਿ ਡੀਲ ਕਰਦਾ ਹੈਗਾ ਬਿਹੇਵੀਅਰ ਆਫ ਦਾ ਮਾਰਕੀਟ ਐਟ ਦਾ ਲਾਰਜ ਲੈਵਲ। ਓਕੇ, ਮਾਈਕਰੋ ਇਕਨੋਮਿਕਸ ਕੀ ਹੈ? ਬਿਹੇਵੀਅਰ of the market at the ਲਾਰਜ ਲੈਵਲ, ਵੱਡੇ ਪੱਧਰ ਦੇ ਉੱਪਰ ਜਿਹੜਾ ਕਹਿ ਸਕਦੇ ਹੈਗੇ ਕਿ ਬਿਹੇਵੀਅਰ ਹੈ ਉਸ ਦੀ ਜਿਹੜੀ ਸਟੱਡੀ ਕੀਤੀ ਜਾਂਦੀ ਹੈਗੀ ਇਸ ਦੇ ਵਿੱਚ, ਠੀਕ ਹੈ। ਵੱਡੇ ਪੱਧਰ ਦੀ ਜਿਹੜੀ ਮਾਰਕੀਟ ਹੈਗੀ ਆ ਉਹਦੇ ਬਿਹੇਵੀਅਰ ਦੇ ਨਾਲ ਸੰਬੰਧਿਤ ਜਿਹੜਾ ਹੈ ਡੀਲ ਕਰਦਾ ਹੈਗਾ ਜੀ ਮਾਈਕਰੋ ਇਕਨੋਮਿਕਸ। ਨੈਕਸਟ ਕੁਐਸਚਨ ਹੈ 7 ਨੰਬਰ। ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਇੱਕ ਪ੍ਰਾਇਮਰੀ ਗਤੀਵਿਧੀ ਨਹੀਂ ਹੈ? ਖੇਤੀਬਾੜੀ, ਨਿਰਮਾਣ, ਮੈਨੂਫੈਕਚਰਿੰਗ, ਖਾਣਾ, ਮਾਈਨਿੰਗ ਜਿਹਨੂੰ ਕਹਿ ਦਿੰਦੇ ਆ, ਅਤੇ ਮੱਛੀ ਪਾਲਣ। ਸੋ ਇਹਨਾਂ ਦੇ ਵਿੱਚੋਂ ਪ੍ਰਾਇਮਰੀ ਗਤੀਵਿਧੀ ਨਹੀਂ ਹੈ। ਸੋ ਸਹੀ ਆਨਸਰ ਇਸ ਦਾ ਰਹੂਗਾ ਨਿਰਮਾਣ, ਮੈਨੂਫੈਕਚਰਿੰਗ ਇਹ ਪ੍ਰਾਇਮਰੀ ਨਹੀਂ ਹੈ। ਖੇਤੀਬਾੜੀ, ਮਾਈਨਿੰਗ ਅਤੇ ਮੱਛੀ ਪਾਲਣ ਇਹ ਤਿੰਨੋਂ ਜਿਹੜੇ ਹੈਗੇ ਕਹਿ ਸਕਦੇ ਹੈਗੇ ਆਪਣੇ ਕੋਲੇ ਪ੍ਰਾਇਮਰੀ ਐਕਟੀਵਿਟੀਜ਼ ਨੇ, ਜਾਣੀ ਕਿ ਕੱਚੇ ਮਾਲ ਦੇ ਉੱਪਰ ਤਿਆਰ ਕਰਕੇ ਸਾਨੂੰ ਪ੍ਰੋਵਾਈਡ ਕਰਦੇ ਹੈਗੇ ਨੇਗੇ। ਓਕੇ, ਔਰ ਇਹਦੇ ਨਾਲ ਇੱਕ ਚੀਜ਼ ਹੋਰ ਵੀ ਤੁਸੀਂ ਯਾਦ ਕਰ ਲੈਣੀ ਹੈ ਕਿ ਜਿਹੜਾ ਇਹ ਖੇਤਰ ਹੈਗਾ ਮੈਨੂਫੈਕਚਰਿੰਗ ਵਾਲਾ ਇਹ ਆਉਂਦਾ ਸੈਕੰਡਰੀ ਦੇ ਵਿੱਚ, ਕਿਉਂਕਿ ਇਹ ਪ੍ਰੋਡਕਟ ਜਿਹੜਾ ਹੈ ਬਣ ਚੁੱਕਿਆ ਹੈ, ਤਿਆਰ ਹੋ ਚੁੱਕਿਆ ਹੈਗਾ ਅਤੇ ਇਸ ਪ੍ਰੋਡਕਟ ਨੂੰ ਹੁਣ ਮਾਰਕੀਟ ਦੇ ਵਿੱਚ ਭੇਜਣਾ। ਇਸ ਕਰਕੇ ਪ੍ਰਾਇਮਰੀ ਦੇ ਵਿੱਚ ਆ, ਬਾਕੀ ਤਿੰਨ ਜਿਹੜੇ ਹੈਗੇ ਨੇ ਬਾਕੀ ਤਿੰਨ ਜਿਹੜੇ ਉਹ ਪ੍ਰਾਇਮਰੀ ਦੇ ਵਿੱਚ ਨੇ। ਨਿਰਮਾਣ ਜਿਹੜਾ ਹੈ ਉਹ ਸੈਕੰਡਰੀ ਐਕਟੀਵਿਟੀ ਦੇ ਵਿੱਚ ਆਉਂਦਾ ਹੈਗਾ। ਨੈਕਸਟ ਹੈ 8 ਨੰਬਰ। ਆਰਥਿਕ ਗਤੀਵਿਧੀਆਂ ਦੇ ਆਧਾਰ ਦੇ ਉੱਪਰ ਭਾਰਤੀ ਅਰਥ ਵਿਵਸਥਾ ਦੇ ਵਿੱਚ ਕਿੰਨੇ ਖੇਤਰ ਆਉਂਦੇ ਹੈਗੇ ਨੇਗੇ? 4 ਖੇਤਰ ਹੈ, 3 ਖੇਤਰ ਨੇ, 5 ਖੇਤਰ ਨੇ ਜਾਂ 2 ਖੇਤਰ ਨੇ? ਆਰਥਿਕ ਗਤੀਵਿਧੀਆਂ ਦੇ ਆਧਾਰ ਦੇ ਉੱਪਰ ਭਾਰਤ ਦੀ ਅਰਥ ਵਿਵਸਥਾ ਦੇ ਵਿੱਚ ਕੁੱਲ 3 ਖੇਤਰ ਆਉਂਦੇ ਹੈਗੇ ਨੇਗੇ। 3 ਖੇਤਰ ਕਿਹੜੇ ਹੈਗੇ ਨੇਗੇ? ਸਭ ਤੋਂ ਪਹਿਲਾ ਖੇਤਰ ਆਉਂਦਾ ਹੈਗਾ ਸਾਡੇ ਕੋਲੇ ਪ੍ਰਾਇਮਰੀ ਖੇਤਰ, ਪ੍ਰਾਇਮਰੀ ਸੈਕਟਰ ਜਿਹਨੂੰ ਕਹਿ ਦਿੰਦੇ ਆ। ਦੂਸਰਾ ਆ ਜਾਂਦਾ ਸਾਡੇ ਕੋਲੇ ਸੈਕੰਡਰੀ ਖੇਤਰ, ਸੈਕੰਡਰੀ ਸੈਕਟਰ। ਤੀਸਰਾ ਆ ਜਾਂਦਾ ਹੈ ਟਰਸ਼ਰੀ
ਟਰਸ਼ਰੀ ਖੇਤਰ ਸਾਡੇ ਕੋਲ ਇਹ ਤਿੰਨ ਖੇਤਰ ਹੈ ਜਿਹੜੇ ਸਾਡੇ ਭਾਰਤ ਦੇ ਵਿੱਚ ਵੱਖਰੀ ਵੱਖਰੀ ਤਰ੍ਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਹੈਗੀਆਂ ਨੇਗੀਆਂ। ਇਸ ਤੋਂ ਇਲਾਵਾ ਅਸੀਂ ਇੱਕ ਹੋਰ ਖੇਤਰ ਦੇ ਵਿੱਚ ਵੀ ਇਸ ਨੂੰ ਵੰਡ ਦਿੰਦੇ ਹੈਗੇ ਹਾਂ। ਜੇ ਕਦੋਂ ਓਨਰਸ਼ਿਪ ਦੀ ਗੱਲ ਕਰਦੇ ਹੈਗੇ ਹਾਂ, ਮਾਲਕੀਅਤ ਦੇ ਆਧਾਰ ਦੇ ਉੱਪਰ ਗੱਲ ਕਰਦੇ ਹੈਗੇ ਆਂਗੇ, ਤਾਂ ਓਨਰਸ਼ਿਪ ਦੇ ਆਧਾਰ ਦੇ ਉੱਪਰ ਸਾਡੇ ਭਾਰਤ ਦੇ ਵਿੱਚ ਦੋ ਤਰ੍ਹਾਂ ਦਾ ਸਟਰਕਚਰ ਹੀ ਦੇਖਣ ਨੂੰ ਮਿਲਦਾ ਹੈ। ਇੱਕ ਪ੍ਰਾਈਵੇਟ ਕਿਸੇ ਨਿੱਜੀ ਵਿਅਕਤੀ ਦੇ ਅੰਡਰ ਆਉਂਦਾ ਹੈਗਾ ਤੇ ਇੱਕ ਹੁੰਦਾ ਹੈ ਸਾਡੇ ਕੋਲੇ ਜਿਹੜਾ ਹੈ ਪਬਲਿਕ। ਓਕੇ, ਇੱਕ ਹੁੰਦਾ ਹੈ ਪਬਲਿਕ। ਐਗਜ਼ੈਂਪਲ ਦੇ ਤੌਰ ਤੇ ਜਿਵੇਂ ਪ੍ਰਾਈਵੇਟ ਸੈਕਟਰ ਦੀ ਗੱਲ ਕਰੀਏ, ਪ੍ਰਾਈਵੇਟ ਸੈਕਟਰ ਦੇ ਵਿੱਚ ਜਿਵੇਂ ਜੀਓ ਜਿਹੜਾ ਹੈ ਅੰਬਾਨੀ ਵਾਲਾ ਜਿਹੜਾ ਸੈਕਟਰ ਉਹ ਪ੍ਰਾਈਵੇਟ ਹੈਗਾ। ਉਸੇ ਤਰੀਕੇ ਨਾਲ ਜਿਹੜਾ BSNL ਦਾ ਹੈ, ਠੀਕ ਹੈ, ਹਾਲਾਂਕਿ ਹੁਣ ਤਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਜਾਣ ਵਾਲਾ ਹੈ ਤੇ ਕੁਝ ਖੇਤਰ ਤੱਕ ਜਾ ਵੀ ਚੁੱਕਿਆ ਹੈ। ਉਸੇ ਤਰੀਕੇ ਨਾਲ ਜਿਹੜਾ BSNL ਹੈ ਉਹ ਇੱਕ ਸਰਕਾਰੀ ਸੈਕਟਰ ਦੇ ਵਿੱਚ ਜਾਂ ਪਬਲਿਕ ਸੈਕਟਰ ਦੇ ਵਿੱਚ ਸ਼ਾਮਲ ਸੀਗਾ। ਓਕੇ, ਨੈਕਸਟ ਹੈ ਜੀ 9 ਨੰਬਰ, ਪਲਾਂਟ ਤੇ ਮਸ਼ੀਨਰੀ ਨਿਰਮਾਣ ਖੇਤਰ ਦੇ ਵਿੱਚ ਸੂਖਮ ਉਦਮਾਂ, ਠੀਕ ਹੈ, ਸੂਖਮ ਉਦਮਾਂ ਇੰਟਰਪ੍ਰਾਈਜ਼ ਦਾ ਨਿਵੇਸ਼ ਕਿੰਨਾ ਹੋਣਾ ਚਾਹੀਦਾ ਹੈ ਕਾਕਾ? 25 ਲੱਖ ਤੋਂ 50 ਲੱਖ ਦੇ ਵਿਚਕਾਰ, 50 ਲੱਖ ਤੋਂ ਅਧਿਕ ਜਾਂ 25 ਲੱਖ ਤੋਂ ਅਧਿਕ ਨਹੀਂ, ਤੇ ਜਾਂ ਫਿਰ 25 ਲੱਖ ਤੋਂ ਅਧਿਕ। ਸਹੀ ਆਨਸਰ ਇਹਦਾ ਸੀ ਜੀ। ਸੋ 25 ਲੱਖ ਤੋਂ ਅਧਿਕ ਜਿਹੜਾ ਹੈਗਾ ਸਾਡੇ ਕੋਲੇ ਸੂਖਮ ਇੰਟਰਪ੍ਰਾਈਜ਼ ਦਾ ਨਿਵੇਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦੋਂ ਵੀ ਪਲਾਂਟ ਜਾਂ ਮਸ਼ੀਨਰੀ ਦਾ ਅਸੀਂ ਨਿਰਮਾਣ ਕਰਨ ਦੇ ਨਾਲ ਸੰਬੰਧ ਲੈ ਕੇ ਆਉਣੇ ਆ ਤਾਂ ਉੱਥੇ ਇਹਨਾਂ ਦੀ ਜਿਹੜੀ ਹੈ ਕਹਿ ਸਕਦੇ ਹੈਗੇ ਕਿ ਲਿਮਿਟ ਰੱਖੀ ਹੋਈ ਹੈ ਉਹ 25 ਲੱਖ ਤੋਂ ਅਧਿਕ ਨਹੀਂ ਹੋਣੀ ਚਾਹੀਦੀ। ਜਦੋਂ ਪਲਾਂਟਾਂ ਦਾ ਨਿਰਮਾਣ ਕਰਨਾ ਹੈ ਜਾਂ ਮਸ਼ੀਨਰੀ ਦੇ ਲਈ ਜਿਹੜਾ ਹੈ ਇੰਟਰਪ੍ਰਾਈਜ਼ ਜਿਹੜੀ ਹੈ ਸ਼ੁਰੂ ਕਰਨਾ ਹੈ, ਉਸ ਸਮੇਂ ਦੇ ਉੱਪਰ ਅਸੀਂ ਇੰਨਾ ਕੁ ਖਰਚ ਕਰ ਸਕਦੇ ਹਾਂ, ਨਿਵੇਸ਼ ਕਰ ਸਕਦੇ ਹਾਂ ਇਹਦੇ ਉੱਪਰ। ਨੈਕਸਟ ਹੈ 10 ਨੰਬਰ ਕੁਐਸਚਨ, ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਪੂੰਜੀਗਤ ਵਸਤੂ ਨਹੀਂ ਹੈ? ਉਪਕਰਨ, ਭੋਜਨ ਤੇ ਕੱਪੜੇ, ਮਸ਼ੀਨ ਤੇ ਟਰੱਕ। ਇਕਨੋਮਿਕਸ ਦੇ ਵਿੱਚ ਕੁਝ ਇਸ ਟਾਈਪ ਦੇ ਵੀ ਸਵਾਲ ਹੁੰਦੇ ਜਿਹੜੇ ਬੜੇ ਆਸਾਨੀ ਦੇ ਨਾਲ ਆਪਾਂ ਸੋਲਵ ਕਰ ਸਕਦੇ ਹੈਗੇ ਆਂਗੇ। ਓਕੇ, ਸੋ ਇਹ SSC ਦਾ ਸਵਾਲ ਹੈ, ਸਾਲ 2019 ਦੇ ਵਿੱਚ ਆਇਆ ਸੀਗਾ, ਪੁੱਛਿਆ ਗਿਆ ਸੀਗਾ ਕਿ ਪੂੰਜੀਗਤ ਵਸਤੂ ਨਹੀਂ ਹੈ। ਠੀਕ ਹੈ, ਪੂੰਜੀਗਤ ਵਸਤੂ ਕਿਹੜੀ ਨਹੀਂ? ਇਹਨਾਂ ਦੇ ਵਿੱਚੋਂ ਭੋਜਨ ਤੇ ਕੱਪੜੇ, ਕਿਉਂਕਿ ਭੋਜਨ ਅਸੀਂ ਖਾਣ ਦੇ ਲਈ ਪ੍ਰਯੋਗ ਕਰਦੇ ਹਾਂ ਤੇ ਕੱਪੜੇ ਅਸੀਂ ਪਹਿਨਣ ਦੇ ਲਈ ਕਰਦੇ ਹਾਂ। ਬਟ ਉਪਕਰਨ, ਠੀਕ ਹੈ, ਟੂਲਸ ਜਿਹੜੇ ਹੈਗੇ ਆ ਇਹ ਪੂੰਜੀ ਦਾ ਨਿਰਮਾਣ ਕਰਨ ਦੇ ਨਾਲ ਸੰਬੰਧ ਹੈਗੇ ਨੇ। ਮਸ਼ੀਨਾਂ ਤੋਂ ਜਿਹੜਾ ਪੂੰਜੀ ਤਿਆਰ ਕੀਤੀ ਜਾਂਦੀ ਹੈ, ਪੂੰਜੀ ਕਮਾਈ ਜਾਂਦੀ ਹੈਗੀ ਆ, ਤੇ ਟਰੱਕਾਂ ਤੋਂ ਵੀ ਪੂੰਜੀ ਕਮਾਈ ਜਾਂਦੀ, ਇਸ ਕਰਕੇ ਤਿੰਨ ਸਹੀ ਹੋ ਗਏ। ਬਟ ਭੋਜਨ ਤੇ ਕੱਪੜੇ ਜਿਹੜੇ ਉਹ ਪੂੰਜੀਗਤ ਵਸਤੂ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ। ਓਕੇ, ਨੈਕਸਟ ਹੈ ਜੀ 11 ਨੰਬਰ, ਕਿਹੜੇ ਅਰਥ ਸ਼ਾਸਤਰੀ ਨੇ ਤੁਲਨਾਤਮਕ ਲਾਭ ਤੇ ਵਿਸ਼ੇਸ਼ਤਾ ਦੇ ਆਧਾਰ ਤੇ 1817 ਦੇ ਵਿੱਚ ਅੰਤਰਰਾਸ਼ਟਰੀ ਵਪਾਰ ਸਿਧਾਂਤ ਵਿਕਸਿਤ ਕੀਤਾ ਸੀਗਾ? ਪਾਲ ਕ੍ਰਾਂਗਮੈਨ ਨੇ, ਗੈਰੀ ਬੇਕਰ ਨੇ, ਮਿਲਟਨ ਫਰਾਈਡਮੈਨ ਨੇ ਜਾਂ ਡੇਵਿਡ ਰਿਕਾਰਡੋ ਨੇ? ਸੋ ਇਹਨਾਂ ਦੇ ਵਿੱਚੋਂ ਅਰਥ ਸ਼ਾਸਤਰ ਨੇ ਤੁਲਨਾਤਮਕ ਲਾਭ ਤੇ ਵਿਸ਼ੇਸ਼ਤਾ ਦੇ ਆਧਾਰ ਦੇ ਉੱਪਰ 1817 ਦੇ ਵਿੱਚ ਅੰਤਰਰਾਸ਼ਟਰੀ ਵਪਾਰ ਸਿਧਾਂਤ ਜਿਹੜਾ ਹੈ ਡਿਵੈਲਪ ਕੀਤਾ ਸੀਗਾ। ਸੋ ਕੌਣ ਸੀ ਜੋ ਪਰਸਨ? ਸੋ ਸਹੀ ਆਨਸਰ ਇਸ ਦਾ ਰਹੂਗਾ ਡੇਵਿਡ ਰਿਕਾਰਡੋ। ਸੋ ਡੀ ਆਨਸਰ ਕਰੈਕਟ ਰਹੂਗਾ ਜੀ। ਇਸ ਨੇ ਪੇਸ਼ ਕੀਤਾ ਸੀਗਾ ਅੰਤਰਰਾਸ਼ਟਰੀ ਵਪਾਰ ਦਾ ਸਿਧਾਂਤ, ਇੰਟਰਨੈਸ਼ਨਲ ਟ੍ਰੇਡ ਥਿਊਰੀ। ਓਕੇ, ਨੈਕਸਟ ਹੈ ਜੀ 12 ਨੰਬਰ, ਹੇਠ ਲਿਖਿਆਂ ਦੇ ਵਿੱਚੋਂ ਕਿਸ ਗਤੀਵਿਧੀ ਨੂੰ ਗੋਲਡ ਕਾਲਰ ਪੇਸ਼ਾ ਕਿਹਾ ਜਾਂਦਾ ਹੈ? ਸੈਕੰਡਰੀ ਨੂੰ ਕਿਹਾ ਜਾਂਦਾ ਹੈ, ਕੁਆਂਟਰਰੀ ਨੂੰ ਕਿਹਾ ਜਾਂਦਾ ਹੈ, ਪ੍ਰਾਇਮਰੀ ਨੂੰ ਕਿਹਾ ਜਾਂਦਾ ਹੈ ਜਾਂ ਕੁਆਇਨਰੀ ਨੂੰ ਕਿਹਾ ਜਾਂਦਾ ਹੈ? ਸੋ ਇਹਨਾਂ ਦੇ ਵਿੱਚੋਂ ਸਹੀ ਆਨਸਰ ਹੈ ਜੀ ਗੋਲਡ ਕਾਲਰ ਦੇ ਨਾਲ ਸੰਬੰਧ ਕੁਆਇਨਰੀ, ਯਾਨੀ ਕਿ ਡੀ ਆਪਸ਼ਨ ਕਰੈਕਟ ਹੈ। ਓਕੇ, ਕੁਆਇਨਰੀ ਕਿਹੜੇ ਹੁੰਦੇ ਹੈਗੇ ਜੀ? ਕੁਆਇਨਰੀ ਐਕਟੀਵਿਟੀਜ਼ ਕਿਹੜੀਆਂ ਹੁੰਦੀਆਂ ਨੇਗੀਆਂ ਜਿਹਨੂੰ ਕਿ ਆਪਾਂ ਕਹਿ ਸਕਦੇ ਹਾਂ ਗੋਲਡ ਕਾਲਰ, ਜਿਹਨੂੰ ਆਪਾਂ ਗੋਲਡ ਕਾਲਰ ਜਿਹੜਾ ਹੈ ਪੇਸ਼ਾ ਕਹਿ ਦਿੰਦੇ ਹੈਗੇ। ਇਸ ਗੋਲਡ ਕਾਲਰ ਦੇ ਵਿੱਚ ਆਉਂਦੇ ਕੌਣ ਕੌਣ ਨੇਗੇ ਜੀ? ਹੁਣ ਇਹ ਵੀ ਤੁਸੀਂ ਧਿਆਨ ਨਾਲ ਨੋਟ ਕਰ ਲੈਣਾ ਹੈ। ਇਹ ਅਸਲ ਦੇ ਵਿੱਚ ਪ੍ਰੋਫੈਸ਼ਨਲ ਹੁੰਦੇ ਹੈਗੇ ਆ ਤੇ ਪੂਰੇ ਹਾਈਲੀ ਸਕਿਲਡ ਹੁੰਦੇ ਆ ਤੇ ਹਾਈਲੀ ਪੇਡ ਜਿਹੜੇ ਕਹਿ ਸਕਦੇ ਹੈਗੇ ਸਰਵੈਂਟ ਹੁੰਦੇ ਹੈਗੇ ਨੇਗੇ। ਓਕੇ, ਸਪੈਸ਼ਲੀ ਹਾਈਲੀ ਸਕਿਲਡ ਬਹੁਤ ਜ਼ਿਆਦਾ ਐਕਸਪਰਟ ਹੁੰਦੇ ਹੈਗੇ ਆ ਤੇ ਜਿਹੜੇ ਹੈ ਹਾਈਲੀ ਹੀ ਇਹਨਾਂ ਦੀ ਜਿਹੜੀ ਹੈ ਪੇਡ ਹੁੰਦੀ ਹੈਗੀ, ਯਾਨੀ ਕਿ ਹਾਈਲੀ ਹੀ ਇਹਨਾਂ ਦੀ ਸੈਲਰੀ ਹੁੰਦੀ ਹੈਗੀ, ਸਭ ਤੋਂ ਮਹਿੰਗੇ ਹੁੰਦੇ ਨੇ। ਕਿ ਕੌਣ ਕੌਣ ਹੁੰਦੇ ਇਸ ਦੇ ਵਿੱਚ? ਜਿਵੇਂ ਕਿ ਸੀਨੀਅਰ ਬਿਜ਼ਨਸ ਐਗਜ਼ੀਕਿਊਟਿਵ, ਜਿਵੇਂ ਕਿ ਸੀਨੀਅਰ ਬਿਜ਼ਨਸ ਐਗਜ਼ੀਕਿਊਟਿਵ। ਠੀਕ ਹੈ, ਸੋ ਇਹ ਪਹਿਲਾਂ ਇਹਦੇ ਵਿੱਚ ਆਉਂਦਾ ਹੈ। ਦੂਸਰੇ ਆ ਜਾਂਦੇ ਹੈਗੇ ਜੀ ਗਵਰਨਮੈਂਟ ਆਫੀਸ਼ੀਅਲ। ਠੀਕ ਹੈ, ਜਿੰਨੇ ਵੀ ਸਰਕਾਰ ਨਾਲ ਵੱਲੋਂ ਜਿਹੜੇ ਆਫਿਸਰ ਆ ਉਹ ਨਿਰਧਾਰਿਤ ਕੀਤੇ ਜਾਂਦੇ ਹੈਗੇ ਆ ਉਹ ਸਾਰੇ ਇਸ ਦੇ ਵਿੱਚ ਆ ਜਾਂਦੇ ਹੈਗੇ ਆ। ਇਸ ਤੋਂ ਇਲਾਵਾ ਰਿਸਰਚਰਸ ਐਂਡ ਸਾਇੰਟਿਸਟ ਇਹ ਇਸ ਦੇ ਵਿੱਚ ਸ਼ਾਮਲ ਹੈਗੇ ਨੇਗੇ। ਠੀਕ ਹੈ, ਇਸ ਤੋਂ ਇਲਾਵਾ ਇਸ ਦੇ ਵਿੱਚ ਲੀਗਲ ਕੰਸਲਟਰ ਵੀ ਜਿਹੜੇ ਸ਼ਾਮਲ ਹੁੰਦੇ ਹੈਗੇ ਨੇਗੇ।
ठीक है, कानूनी सलाहकार ਜਿਹੜੇ ਹੈਗੇ ਨੇ ਉਹ ਵੀ ਇਸ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਹੈਗੇ ਨੇ। ਇਹ ਸਾਰੇ ਹੈਗੇ 골ਡ ਕਲਰ ਵਾਲੇ। ਇਹ ਅੱਗੇ ਅੱਗੇ ਹੋਰ ਵੀ ਆਉਣਗੇ ਜਿਹੜੇ ਤੁਹਾਨੂੰ ਮੈਂ ਨਾਲ ਨਾਲ ਕਰਵਾਉਂਦਾ ਰਹੂੰਗਾ ਜਿਵੇਂ ਜਿਵੇਂ ਕੁਐਸਚਨ ਆਉਂਦੇ ਰਹਿਣਗੇ। ਓਕੇ, ਸੋ ਇਹ ਇਕੱਲੇ 골ਡ ਕਲਰ ਦੇ ਨਾਲ ਸੰਬੰਧ ਸੀਗੇ। ਨੈਕਸਟ ਹੈ ਅਗਲਾ ਕੁਐਸਚਨ ਆਪਣੇ ਕੋਲੇ 13, 2019 ਦੇ ਵਿੱਚ ਥੋਕ ਮੁੱਲ ਸੂਚਕ ਜਿਹਨੂੰ ਕਿ ਹੋਲਸੇਲ ਪ੍ਰਾਈਸ ਇੰਡੈਕਸ ਤੇ ਕਿਹਾ ਜਾਂਦਾ ਹੈ ਦੀ ਗਣਨਾ ਦੇ ਲਈ ਡੈਸ਼ ਨੂੰ ਆਧਾਰ ਸਾਲ ਦੇ ਰੂਪ ਦੇ ਵਿੱਚ ਲਿਆ ਗਿਆ ਸੀ। 2013-14 ਨੂੰ, 2014-15 ਨੂੰ, 2011-12 ਨੂੰ ਜਾਂ ਫਿਰ 2012-13 ਨੂੰ। ਸਾਲ 2019 ਦੇ ਵਿੱਚ ਥੋਕ ਮੁੱਲ ਸੂਚਾਂਕ ਦੇ ਦੀ ਗਣਨਾ ਦੇ ਲਈ ਸਾਲ 2011-12 ਨੂੰ ਆਧਾਰ ਬਣਾ ਕੇ ਇਸ ਹੋਲਸੇਲ ਪ੍ਰਾਈਸ ਇੰਡੈਕਸ ਨੂੰ ਜਿਹੜਾ ਹੈ ਤਿਆਰ ਕੀਤਾ ਗਿਆ ਸੀ। ਇਹ 2011-12 ਦੇ ਆਧਾਰਿਤ ਹੈ ਜਿਹੜਾ ਕਿ 2009 ਦੇ ਵਿੱਚ ਬਣਿਆ ਸੀਗਾ। ਓਕੇ, ਨੈਕਸਟ ਹੈ ਜੀ 14 ਨੰਬਰ, ਭਾਰਤ ਦੇ ਵਿੱਚ ਘੋਸ਼ਿਤ ਮਿਸ਼ਰਿਤ ਆਰਥਿਕਤਾ ਦੇ ਸਿਧਾਂਤ ਤੇ ਆਧਾਰਿਤ ਪਹਿਲੀ ਉਦਯੋਗਿਕ ਨੀਤੀ ਕਿਸ ਸਾਲ ਵਿੱਚ ਘੋਸ਼ਿਤ ਕੀਤੀ ਗਈ ਸੀ ਅਤੇ ਨੀਤੀ ਨੇ ਜਨਤਕ ਤੇ ਨਿੱਜੀ ਖੇਤਰਾਂ ਦੇ ਸੰਚਾਲਨ ਦੇ ਖੇਤਰ ਨੂੰ ਸਪਸ਼ਟ ਤੌਰ ਤੇ ਸੀਮਾਬੰਦ ਕੀਤਾ ਸੀਗਾ। 1959 ਦੇ ਵਿੱਚ, 1948 ਦੇ ਵਿੱਚ, 1950 ਦੇ ਵਿੱਚ ਜਾਂ 1948 ਦੇ ਵਿੱਚ। ਸੋ ਭਾਰਤ ਨੇ ਜਿਹੜੀ ਇਹ ਮਿਸ਼ਰਿਤ ਆਰਥਿਕਤਾ ਦੇ ਸਿਧਾਂਤ ਨੂੰ ਘੋਸ਼ਿਤ ਕੀਤਾ ਸੀ, ਉਹਦੇ ਆਧਾਰ ਦੇ ਉੱਪਰ ਉਦਯੋਗਿਕ ਜਿਹੜੀ ਇੰਡਸਟਰੀਅਲ ਪਾਲਿਸੀ ਉਹ ਬਣਾਈ ਗਈ ਸੀਗੀ। ਉਹ ਸਾਲ 1948 ਦੇ ਵਿੱਚ 6 ਅਪ੍ਰੈਲ ਨੂੰ ਬਣਾਈ ਗਈ ਸੀਗੀ। ਓਕੇ, ਇਹ ਫਸਟ ਇੰਡਸਟਰੀਅਲ ਪਾਲਿਸੀ ਰਹੀ ਸੀਗੀ ਸਾਡੀ। ਠੀਕ ਹੈ, ਸੋ ਇਹਦੇ ਉੱਤੇ ਇਹ ਵੀ ਤੁਸੀਂ ਯਾਦ ਰੱਖਣਾ ਹੈ ਕਿ ਇਹਨੂੰ ਬਣਾਉਣ ਵਾਲਾ ਕੌਣ ਸੀਗਾ ਤੇ ਕਦੋਂ ਇਸ ਨੂੰ ਜਿਹੜਾ ਹੈ ਪਾਸ ਕੀਤਾ ਗਿਆ ਸੀਗਾ। ਓਕੇ, ਹਾਂਜੀ 6 ਅਪ੍ਰੈਲ 1948 ਨੂੰ ਜਿਹੜਾ ਇਹ ਲਾਗੂ ਕੀਤੀ ਗਈ ਸੀਗੀ ਅਤੇ ਫਸਟ ਇੰਡਸਟਰੀਅਲ ਪਾਲਿਸੀ based on किस चीज़ के उपर आधारित जी? मिक्सड इकनॉमिक प्रिंसीपल। ओके, मिक्सड मिश्रित जिन्होंने कह देंगे मिक्सड इकनॉमी प्रिंसीपल। सो इस दे आधार के उपर जी है ये साड़ी पहली इंडस्ट्रीयल जी है पॉलिसी वो बनाई गई सी। पार्लीमेंट ने जिहड़ा है इसका प्रस्ताव है वो पास किया सीगा ते पार्लीमेंट दे विच जदों इस प्रस्ताव नूं पास किया गया सीगा उस समय भारत का इंडस्ट्री मिनिस्टर सीगा जी, स्पैशली याद रखना है। उस समय भारत की इंडस्ट्री मिनिस्टर सीगा जी डॉक्टर श्याम प्रसाद मुखर्जी जी। ओके, डॉक्टर श्याम प्रसाद मुखर्जी जी। सो ये उस समय का जिहड़ा कह सकते हैं इंडस्ट्रीयल मिनिस्टर सीगा जिन्हें इसनूं बनाया सीगा। ओके, नैक्सट है जी अगला क्वेश्चन 15 नंबर, हेठ लिखण दे विचों किहड़ी खेतीबाड़ी खेतर दे विच कार्यशील पूंजी है? थ्रेसिंग मशीन, पैसा, ट्रैक्टर जां भूमि। सो इत्थे हुण तुसीं याद रखना है जी कि खेतीबाड़ी खेतर दे विच कार्यशील भूमि रहिंदी हैगी पैसा, क्योंकि पैसे के आधार के उपर ही सारा कुछ होंदा है। ओके, क्योंकि पूंजी पूछा है, मशीन नहीं पूछा, इस करके थ्रैसिंग मशीन भी नहीं करांगे, ट्रैक्टर भी नहीं करांगे, भूमि भी नहीं करांगे, इसलिए असीं उहदे विचों सिर्फ मनी नूं ही जिहड़ा है कलैक्ट करांगे। क्योंकि पूंजी की गल कीती है तो पूंजी जिहड़ी इत्थे फिर एक तरह का पैसा ही होगा, उहदे आधार के उपर ये सिस्टम बनिया होया है। ओके, नैक्सट है जी अगला 16 नंबर, डैश अर्थव्यवस्था दे विच सारे उत्पादक स्रोतां दी मालकी अते नियंत्रण सरकार द्वारा किया जाता है? दोहरी, पूंजीवादी, मिश्रित जां समाजवादी। किहड़ी है जी, किहड़ी अर्थव्यवस्था है जिहदे उपर सारे स्रोतां दे उपर जिहड़ा है अधिकार हुंदा है जां मालकी जिहड़ी हुंदी है वो सरकार दी हुंदी है। ठीक है, गवर्नमेंट दी हुंदी है, कोई भी व्यक्ति निजी तौर के उपर उहदे विच काम नहीं कर सकदा। ठीक है, सो इहदे लई जिहड़ा है डिपेंड करदा है समाजवादी अर्थव्यवस्था। दौरी दे विच जिहड़ा कह सकदे हैं कि दोनों तरह के हो जाते हैं। पूंजीवादी दे विच जिहड़ा है निजी तौर के उपर ज़्यादा आंदा है, मिश्रित दे विच प्राइवेट ते पब्लिक दोनों आ जाते हैं, बट समाजवादी जिहड़ा है इहदे विच ज़्यादातर पब्लिक खेत्र हुंदा है ते इह वो सारे खेत्र हुंदे ने जिहदे उपर सारे ही जिहड़े कह सकते हैं स्रोत ने उन्हां दी जिहड़ी मालकी है ते उन्हां दा जिहड़ा नियंत्रण है वो सारा गौरमेंट दे कोल ही हुंदा हैगा, सारे दा सारा गौरमेंट दे कोल ही हुंदा है। इहनूं कहंदे आ सोशलिस्ट इकनॉमी। ओके, नैक्सट है जी 17 नंबर, उत्पादन दा साधनां दी निजी मालकी डैश दी अर्थव्यवस्था दी एक विशेषता है? पूंजीवादी दी, समाजवादी दी, मिश्रित दी जां दोहरी दी। सो ध्यान रखियो, उत्पादनां दी निजी मालकी की गल कीती है,
ਪਬਲਿਕ ਦੀ ਨਹੀਂ ਕੀਤੀ, ਨਿੱਜੀ ਦੇ ਆਧਾਰ ਦੇ ਉੱਪਰ ਇਹ ਹਮੇਸ਼ਾ ਪੂੰਜੀਵਾਦੀ ਹੁੰਦੀ ਹੈ, ਜਿਹਨੂੰ ਕੈਪੀਟਲਿਜ਼ਮ ਦੇ ਨਾਮ ਨਾਲ ਆਪਾਂ ਜਾਣਦੇ ਹੈਗੇ ਆ। ਕੈਪੀਟਲਿਜ਼ਮ ਜਿਹੜੀ ਹੈ ਇਕਨੋਮੀ ਹੈ। ਓਕੇ, ਸੋ ਇਹ ਬੇਸਡ ਹੁੰਦੀ ਹੈਗੀ ਪ੍ਰਾਈਵੇਟ ਓਨਰਸ਼ਿਪ ਦੇ ਉੱਪਰ। ਠੀਕ ਹੈ, ਸੋ ਇਹਦੇ ਵਿੱਚ ਪ੍ਰਾਈਵੇਟ ਪਰਸਨ ਹੀ ਜਿਹੜੇ ਆ ਉਹ ਕੰਮ ਕਰਦੇ ਹੁੰਦੇ ਹੈਗੇ ਪ੍ਰਾਈਵੇਟ ਓਨਰਸ਼ਿਪ ਹਮੇਸ਼ਾ ਦੇ ਵਿੱਚ ਪ੍ਰਾਈਵੇਟ ਪਰਸਨ ਹੀ ਕੰਮ ਕਰਦੇ ਆ। ਔਰ ਇਹਨਾਂ ਦਾ ਜਿਹੜਾ ਮੁੱਖ ਕੰਮ ਹੁੰਦਾ ਹੈਗਾ ਉਹ ਹੁੰਦਾ ਹੈ ਫੋਕਸ ਹੁੰਦਾ ਹੈ ਪ੍ਰੋਫਿਟ ਦੇ ਉੱਪਰ, ਮੁਨਾਫੇ ਦੇ ਉੱਪਰ ਇਹਨਾਂ ਦਾ ਜ਼ਿਆਦਾ ਜਿਹੜਾ ਹੈ ਫੋਕਸ ਰਹਿੰਦਾ ਹੈ। ਜੇਕਰ ਆਪਾਂ ਸੋਸ਼ਲਿਸਟ ਦੇ ਉੱਪਰ ਗੱਲ ਕਰੀਏ ਤਾਂ ਲੋਕਾਂ ਦੀ ਗੱਲ ਕੀਤੀ ਜਾਂਦੀ ਹੈ, ਉਹਨਾਂ ਨੂੰ ਜਿਹੜਾ ਹੈ ਸਾਧਨ ਪ੍ਰੋਵਾਈਡ ਕਰਨ ਦੇ ਲਈ। ਬਟ ਜਿਹੜੇ ਪੂੰਜੀਵਾਦੀ ਹੁੰਦੇ ਆ ਉਹ ਆਪਣੀ ਪ੍ਰੋਫਿਟ ਦੇ ਵੱਲ ਦੇਖਦੇ ਆ ਕਿ ਕਿੰਨਾ ਜਿਹੜਾ ਹੈ ਉਹਨਾਂ ਨੂੰ ਪ੍ਰੋਫਿਟ ਹੋਵੇਗਾ, ਅਤੇ ਨਾਲ ਹੀ ਇਹਦੇ ਵਿੱਚ ਜਿਹੜੀ ਕੁਆਲਿਟੀ ਹੁੰਦੀ ਆ ਉਹ ਬਹੁਤ ਵਧੀਆ ਰਹਿੰਦੀ ਹੈ, ਕਿਉਂਕਿ ਉਹਨਾਂ ਨੇ ਪ੍ਰੋਫਿਟ ਲੈਣਾ, ਤਾਂ ਇਸ ਲਈ ਜਿਹੜੀ ਉਹਨਾਂ ਦੀ ਸਰਵਿਸ ਹੋਊਗੀ ਉਹ ਫਿਰ ਬੈਸਟ ਕੁਆਲਿਟੀ ਦੀ ਹੋਊਗੀ। ਜੇ ਉਹਨਾਂ ਦੀ ਸਰਵਿਸ ਬੈਸਟ ਕੁਆਲਿਟੀ ਦੀ ਹੋਵੇਗੀ ਤਾਂ ਹੀ ਉਹਨਾਂ ਦੀ ਜਿਹੜੀ ਹੈ ਕਹਿ ਸਕਦੇ ਹੈਗੇ ਪ੍ਰੋਡਕਸ਼ਨ ਜਿਹੜੀ ਆ ਉਹ ਜ਼ਿਆਦਾ ਹੋਵੇਗੀ ਅਤੇ ਵਿਕੇਗਾ ਵੀ ਜ਼ਿਆਦਾ ਜਿਹੜਾ ਉਹਨਾਂ ਦਾ ਸਮਾਨ ਹੋਵੇਗਾ। ਪਰ ਉੱਥੇ ਜਿਹੜਾ ਸੋਸ਼ਲਿਸਟ ਵਾਲਾ ਹੁੰਦਾ ਹੈ ਉਹ ਕੁਆਲਿਟੀ ਦੇ ਪੱਖੋਂ ਕਿਤੇ ਨਾ ਕਿਤੇ ਵੀਕ ਵੀ ਰਹਿ ਜਾਂਦਾ ਹੈ, ਇਸ ਕਾਰਨ ਕਰਕੇ ਉਹਨਾਂ ਦੀ ਮਾਰਕੀਟ ਘੱਟ ਜਾਂਦੀ ਹੈਗੀ ਆ, ਕਿਉਂਕਿ ਕੁਝ ਪ੍ਰੋਫਿਟ ਤਾਂ ਉਹਨਾਂ ਨੇ ਦੇਖਣਾ ਹੀ ਨਹੀਂ ਹੁੰਦਾ ਹੈਗਾ। ਓਕੇ, ਨੈਕਸਟ ਹੈ ਜੀ 18 ਨੰਬਰ ਜਾਨ ਮੈਨਾਰਡਸ ਕੇਸ, ਜਿਨ੍ਹਾਂ ਨੂੰ ਸਭ ਤੋਂ ਅਧਿਕ ਉਹਨਾਂ ਦੀ ਆਰਥਿਕ ਸਿਧਾਂਤ ਜਿਹਨੂੰ ਕੀਨੀਅਸ ਸਿਧਾਂਤ ਦੇ ਲਈ ਜਾਣਿਆ ਜਾਂਦਾ ਹੈ, ਕਿਸ ਦੇਸ਼ ਤੋਂ ਸੀਗੇ ਇਹ? ਸਵੀਡਨ ਤੋਂ ਸੀਗੇ, ਡੈਨਮਾਰਕ ਤੋਂ ਸੀਗੇ, ਆਸਟ੍ਰੇਲੀਆ ਤੋਂ ਸੀਗੇ ਜਾਂ ਇੰਗਲੈਂਡ ਤੋਂ ਸੀਗੇ? ਸੋ ਜਾਨ ਮੈਨਾਰਡ ਕੀਨਸ ਜਿਹੜੇ ਸੀਗੇ ਇਹ ਇੰਗਲੈਂਡ ਤੋਂ ਸੀਗੇ, ਜਿਨ੍ਹਾਂ ਦਾ ਇੱਕ ਸਿਧਾਂਤ ਰਿਹਾ ਸੀਗਾ ਕੀਨੀਅਸ ਸਿਧਾਂਤ। ਓਕੇ, ਇੰਗਲੈਂਡ ਦੇ ਇਹ ਨਿਵਾਸੀ ਸੀਗੇ ਅਤੇ ਇਹਨਾਂ ਨੂੰ ਫਾਦਰ ਆਫ ਮਾਈਕਰੋ ਇਕਨੋਮਿਕਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਠੀਕ ਹੈ ਜੀ, ਨੈਕਸਟ ਹੈ 19 ਨੰਬਰ ਗ੍ਰਾਬਟ ਡੈਸ਼ ਦੀ ਹਾਨੀ ਦੇ ਲਈ ਇੱਕ ਸਾਲਾਨਾ ਭੱਤਾ ਹੈ, ਤਿਆਰ ਮਾਲ ਦੇ ਲਈ, ਪੂੰਜੀਗਤ ਸਮਾਨ ਦੇ ਲਈ, ਕਾਰਜ ਪ੍ਰਗਤੀ ਦੇ ਉੱਤੇ ਜਾਂ ਫਿਰ ਭੂਮੀ ਦੇ ਉੱਪਰ। ਗ੍ਰਾਬਟ ਜਿਹੜਾ ਹੈ ਇਹ ਹੁੰਦਾ ਹੈ ਪੂੰਜੀਗਤ ਸਮਾਨ ਦੀ ਹਾਨੀ ਦੇ ਲਈ ਸਾਲਾਨਾ ਭੱਤਾ। ਜਦੋਂ ਕਿਤੇ ਕੋਈ ਨੁਕਸਾਨ ਹੁੰਦਾ ਤਾਂ ਉਹਦੇ ਲਈ ਜਿਹੜਾ ਹੈ ਇਹ ਪੂੰਜੀਗਤ ਸਾਲਾਨਾ ਭੱਤਾ ਜਿਹੜਾ ਉਹ ਦਿੱਤਾ ਜਾਂਦਾ ਹੈਗਾ ਸਾਲਾਨਾ। ਠੀਕ ਹੈ, ਇਹ 1 ਸਾਲ ਦੇ ਵਿੱਚ ਪੂੰਜੀ ਕਿਸੇ ਪੂੰਜੀ ਦੀ ਵਸਤੂ ਦੀ ਕੀਮਤ ਦੇ ਵਿੱਚ ਸਾਲਾਨਾ ਕਮੀ ਹੁੰਦੀ ਹੈ ਕਿਆ ਉਹਦੇ ਆਧਾਰ ਦੇ ਉੱਪਰ ਹੁੰਦਾ ਹੈ। ਠੀਕ ਹੈ, 1 ਸਾਲ ਦੇ ਵਿੱਚ ਕਿਸੇ ਪੂੰਜੀ ਵਸਤੂ ਦੀ ਕੀਮਤ ਦੇ ਵਿੱਚ ਸਾਲਾਨਾ ਕਮੀ ਕਿੰਨੀ ਹੋਈ ਹੈ ਇਹ ਉਹਦੇ ਆਧਾਰ ਦੇ ਉੱਪਰ ਹੁੰਦਾ ਹੈ। ਨੈਕਸਟ ਹੈ ਜੀ 20 ਨੰਬਰ ਹੇਠ ਲਿਖਿਆਂ ਦੇ ਵਿੱਚੋਂ ਕਿਸ ਗਤੀਵਿਧੀ ਨੂੰ ਅਰਥ ਵਿਵਸਥਾ ਦੇ ਸੈਕੰਡਰੀ ਖੇਤਰ ਦੇ ਇੱਕ ਭਾਗ ਦੇ ਰੂਪ ਦੇ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ? ਕਾਨੂੰਨੀ ਸਲਾਹਕਾਰ, ਚਾਹ ਬਾਗਵਾਨੀ, ਫਾਰਮ ਉਪਕਰਨ ਨਿਰਮਾਣ ਜਾਂ ਫਿਰ ਬੈਂਕਿੰਗ? ਸੋ ਸਹੀ ਆਨਸਰ ਹੋਊਗਾ ਸੀ ਆਨਸਰ ਜੀ, ਕਿ ਕਿਸ ਗਤੀਵਿਧੀ ਨੂੰ ਅਰਥ ਵਿਵਸਥਾ ਦੇ ਸੈਕੰਡਰੀ ਖੇਤਰ ਦੇ ਭਾਗ ਦੇ ਰੂਪ ਦੇ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ? ਇਹ ਹੈ ਜੀ ਮੈਨੂਫੈਕਚਰਿੰਗ ਪ੍ਰੋਡਕਟ ਜਾਂ ਮੈਨੂਫੈਕਚਰਿੰਗ ਸੈਕਟਰ। ਠੀਕ ਹੈ, ਚਾਹ ਬਾਗਵਾਨੀ ਖੇਤੀਬਾੜੀ ਦੇ ਵਿੱਚ ਆ ਜਾਊਗਾ, ਬੈਂਕਿੰਗ ਸਰਵਿਸ ਦੇ ਵਿੱਚ ਆ ਜਾਊਗਾ, ਕਾਨੂੰਨੀ ਸਲਾਹਕਾਰ ਜਿਹੜੇ ਗੋਲਡ ਕਾਲਰ ਦੇ ਵਿੱਚ ਆ ਗਏ ਸੀਗੇ। ਠੀਕ ਹੈ, ਬਟ ਇੱਥੇ ਜਿਹੜੀ ਰਹਿ ਗਿਆ ਉਹ ਸੈਕੰਡਰੀ ਸੈਕਟਰ ਦੇ ਵਿੱਚ ਆਉਂਦੇ ਆ ਮੈਨੂਫੈਕਚਰਿੰਗ, ਫਾਰਮ ਉਪਕਰਨ ਨਿਰਮਾਣ, ਯਾਨੀ ਕਿ ਜਿਹੜਾ ਨਿਰਮਾਣ ਕਰਨ ਲਈ ਪ੍ਰਯੋਗ ਕੀਤੇ ਜਾਂਦੇ ਆ ਇਹਨੂੰ ਅਸੀਂ ਰੱਖਦੇ ਹੈਗੇ ਆ ਸੈਕੰਡਰੀ ਐਕਟੀਵਿਟੀ ਦੇ ਵਿੱਚ। ਇਹ ਸੀਗੇ ਆਪਣੇ 20 MCQ ਇਕਨੋਮਿਕਸ ਦੇ। ਸੋ ਇਸ ਤਰੀਕੇ ਦੇ ਨਾਲ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਕਲਾਸਿਸ ਜਿਹੜੀਆਂ ਵੱਖਰੇ ਵੱਖਰੇ ਸਬਜੈਕਟਾਂ ਦੀਆਂ ਪ੍ਰੋਵਾਈਡ ਕਰਦਾ ਰਹਾਂਗਾ। ਸੋ ਇਸ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਅਤੇ ਜੇ ਕਿਤੇ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਆਉਂਦੀ ਹੈ ਤਾਂ ਉਸ ਨੂੰ ਪਲੀਜ਼ ਕਮੈਂਟ ਬਾਕਸ ਦੇ ਵਿੱਚ ਮੈਂਸ਼ਨ ਜ਼ਰੂਰ ਕਰ ਦਿਆ ਕਰੋ, ਤਾਂ ਕਿ ਅਸੀਂ ਉਹਦੇ ਵਿੱਚ ਸੁਧਾਰ ਕਰਕੇ ਜਾਂ ਹੋਰ ਵਧੀਆ ਤਰੀਕੇ ਨਾਲ ਤੁਹਾਨੂੰ ਜਿਹੜਾ ਉਹ ਪ੍ਰੈਜ਼ੈਂਟ ਕਰ ਸਕੀਏ। ਓਕੇ ਜੀ, ਸੋ ਥੈਂਕ ਯੂ ਸੋ ਮਚ ਜੀ। ਸੋ ਨੈਕਸਟ ਮਿਲਦੇ ਆ ਅਗਲੇ ਸੈਸ਼ਨ ਦੇ ਵਿੱਚ।